सबना का सौ एक है, सद ही रहे हजूर।
ਨਾਨਕ ਹੁਕਮ ਨ ਮੰਨਈ ਤਾਂ ਘਰ ਹੀ ਅੰਦਰ ਦੂਰ, ਹੁਕਮ ਬਿਤ ਨ ਮਨਾਇਸੀ। ਹੁਕਮ ਬੀਤ ਨ ਮਨਾਇਸੀ, ਜਨ ਕਉ ਨਦਰ ਕਰੇ, ਹੁਕਮ ਮਨ ਸੁਖ ਪਾਇਆ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ। ਚਰਨੀ ਲੱਗਿਆਂ ਦੀ ਤੋੜ, ਨਿਭਾਈ ਦਾਤਿਆ। ਚਰਨੀ ਲੱਗਿਆਂ ਦੀ ਚਰਨੀ ਲੱਗਿਆਂ ਦੀ ਤੋੜ, ਨਿਭਾਈ ਦਾਤਿਆ। ਚਰਨੀ ਲੱਗਿਆਂ ਦੀ
हाजरा हजूर सर्व कला भरपूर चवर ਅਤੇ ਤਖਤ ਦੇ ਮਾਲਕ जुगो जुग अटल शब्द गुरु धन श्री गुरु ग्रंथ साहिब महाराज जी की पावन पवित्र हजूरी अंदर जुड़ बैठे माई भाई भाई मरदाना जी के अकाल चलाने में समर्पित जो नगर निवासी संगतां और प्रबंधकों के सहयोग के नाल यह उपराला किया गया। आओ कुछ कुछ समा अपने कोले है गुरमत विचारां की आरंभता तो पहला जिन्नियां भी संगतां पातशाह जी की पावन हजूरी अंदर सज बैठियां ने कोई भी रत्ना गुर फतेह तो वांधी ना रहे। हाजरी लवायो कलगीधर दशमेश पिता के चरणों में गज के फतेह नाल सांझ पाओ आखो जी वाहिगुरू जी का खालसा वाहिगुरू जी की फतेह। सतगुरां दी अपार बख्शिश हुई है कि आपां नूं गुरु की गोद विच बैठ के कुछ कु घड़ियां गुरमत दे नाल विचारां पा के बतीत करन दा अवसर प्राप्त होया है। धन श्री गुरु ग्रंथ साहिब महाराज जी की पावन बाणी आप जी ने गुरु प्यार वालियां पासों शब्द सरवण कीते सी। हुण भी आपां शब्द पढ़िया है सबना का सहो एक है सद ही रहे हजूर। सारियां दा जिहड़ा साहिब है जिहड़ा परमेश्वर है वो इको ही है और वो कोई दूर नहीं है।
ਸਾਡੇ ਬਹੁਤ ਨੇੜੇ ਹੈ। ਕੋਈ ਜੰਗਲਾਂ ਵਿੱਚ ਲੱਭਦਾ ਫਿਰਦਾ ਸੀ, ਕੋਈ ਮਾਰੂਥਲ ਇਲਾਕਿਆਂ ਵਿੱਚ, ਕੋਈ ਪਹਾੜਾਂ ਤੇ, ਕੋਈ ਤੀਰਥਾਂ ਤੇ। ਪਰ ਰੱਬ ਵਸਦਾ ਕਿੱਥੇ ਹੈ? ਇਸ ਗੱਲ ਤੋਂ ਖੁੰਝੇ ਹੋਏ ਸੀ ਲੋਕ। ਬਾਬੇ ਨਾਨਕ ਨੇ ਜਦੋਂ ਇਹ ਸਭ ਕੁਝ ਦੇਖਿਆ ਤਾਂ ਲੁਕਾਈ ਨੂੰ ਦੱਸਣ ਦਾ ਯਤਨ ਕੀਤਾ ਕਿ ਰੱਬ ਹੈ ਕਿੱਥੇ ਹੈ, ਪਰਮੇਸ਼ਰ ਹੈ ਕਿੱਥੇ। ਔਰ ਨਾਲ ਸਾਨੂੰ ਜਿਉਣ ਦਾ ਪਰਮੇਸ਼ਰ ਨੇ ਤਰੀਕਾ ਵੀ ਸਿਖਾ ਦਿੱਤਾ, ਜ਼ਿੰਦਗੀ ਦੀ ਜਾਂਚ ਵੀ ਸਿਖਾਈ ਹੈ ਕਿ ਤੂੰ ਜਿਉਣਾ ਕਿਵੇਂ ਹੈ, ਤੇਰੀ ਜ਼ਿੰਦਗੀ ਕਿਵੇਂ ਦੀ ਹੋਵੇ, ਤੇਰੀ ਲਾਈਫ ਕਿਵੇਂ ਦੀ ਹੋਵੇ। ਆਪਣੇ ਜੀਵਨ ਕਾਲ ਵਿੱਚ ਵੀ ਤੇ ਅੱਜ ਸ਼ਬਦ ਦੁਆਰਾ ਵੀ ਜਿਨ੍ਹਾਂ ਨੇ ਸਤਿਗੁਰਾਂ ਦੀ ਬਾਣੀ ਪੜ੍ਹੀ, ਬਾਣੀ ਨੂੰ ਸਮਝਿਆ, ਉਹਨਾਂ ਨੂੰ ਜਿਉਣ ਦਾ ਢੰਗ ਵੀ ਆ ਗਿਆ। ਪਤਾ ਵੀ ਲੱਗ ਗਿਆ ਸੀ ਜਿਉਣਾ ਕਿਵੇਂ ਹੈ ਤੇ ਰੱਬ ਹੈ ਕਿੱਥੇ ਹੈ, ਤੇ ਕਿਉਂ ਨਾ ਆਪਾਂ ਸਾਰੇ ਸਤਿਗੁਰਾਂ ਦੀ ਬਾਣੀ ਤੋਂ ਜੀਵਨ ਦੀ ਜਾਂਚ ਸਿੱਖ ਲਈਏ। ਸਤਿਗੁਰ ਦੀ ਬਾਣੀ ਤੋਂ ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ। ਸਤਿਗੁਰ ਦੀ ਬਾਣੀ ਤੋਂ ਜੀਵਨ ਦੀਆਂ ਸਿੱਖ ਲੈ ਜਾਚਾਂ।
ਸਤਿਗੁਰਾਂ ਦੀ ਪਾਵਨ ਬਾਣੀ ਸਾਨੂੰ ਜਿਉਣ ਦਾ ਤਰੀਕਾ ਸਿਖਾਉਂਦੀ ਹੈ। ਆਓ ਜਿਸ ਮਕਸਦ, ਜਿਸ ਇਤਿਹਾਸਿਕ ਦਿਨ ਨੂੰ ਮੁੱਖ ਰੱਖ ਕੇ ਆਪਾਂ ਸਾਰੇ ਜਣੇ ਇੱਥੇ ਸੱਜ ਬੈਠੇ ਹਾਂ, ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ। ਜੇ ਇਤਿਹਾਸ ਵਿੱਚ ਸਭ ਤੋਂ ਵੱਧ ਕਿਸੇ ਨੇ ਸਮਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਗੁਜ਼ਾਰਿਆ ਹੈ ਨਾ, ਤੇ ਉਹ ਨੇ ਭਾਈ ਮਰਦਾਨਾ ਜੀ। ਚਾਰ ਉਦਾਸੀਆਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਰਹੇ ਨੇ। ਇੱਕ ਬੇਨਤੀ ਹੋਰ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਨਾਲ ਸਾਖੀਕਾਰਾਂ ਨੇ ਵੀ ਬੜਾ ਵੱਡਾ ਧਰੋਹ ਕੀਤਾ। ਭਾਈ ਮਰਦਾਨਾ ਜੀ ਨੂੰ ਭੁੱਖਾ ਪਿਆਸਾ, ਗੁਰੂ ਦਾ ਹੁਕਮ ਨਾ ਮੰਨਣ ਵਾਲਾ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਜੇ ਇਤਿਹਾਸ ਵਿੱਚ ਬਾਬੇ ਨਾਨਕ ਦੇ ਸਮੇਂ ਦੀ ਗੱਲ ਆਉਂਦੀ ਹੈ ਤੇ ਭਾਈ ਮਰਦਾਨਾ ਜੀ ਦੀ ਜਦੋਂ ਗੱਲ ਆਉਂਦੀ ਹੈ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੇ ਚਾਚੇ ਤਾਏ ਦੇ ਪੁੱਤਰਾਂ ਨੂੰ ਕਿਤੇ ਭਾਈ ਕਰਕੇ ਨਹੀਂ ਲਿਖਿਆ। ਚਲੋ ਇਹ ਤੇ ਇਕੱਲੇ ਹੀ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਚਾਚਾ ਜੀ ਦਾ ਨਾਮ ਸੀ ਭਾਈ ਲਾਲੂ। ਲਾਲ ਚੰਦ ਵੀ ਕਰਕੇ ਲਿਖਿਆ ਹੋਇਆ, ਲਾਲੂ ਕਰਕੇ ਵੀ ਲਿਖਿਆ ਹੋਇਆ। ਉਹਨਾਂ ਦੇ ਵੀ ਪੁੱਤਰ ਹੋਣਗੇ, ਮਾਸੀਆਂ ਚਾਚੀਆਂ ਤਾਈਆਂ ਦੇ ਵੀ ਪੁੱਤਰ ਹੋਣਗੇ, ਪਰ ਬਾਬੇ ਨਾਨਕ ਦੇ ਇਤਿਹਾਸ ਵਿੱਚ ਜੇ ਭਾਈ ਸ਼ਬਦ ਵਰਤਿਆ ਤੇ ਉਹ ਭਾਈ ਮਰਦਾਨੇ ਲਈ ਵਰਤਿਆ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਤੀਸਰੇ ਦੀ ਗੱਲ ਹੀ ਨਹੀਂ ਕੀਤੀ। ਪਤਾ ਨਹੀਂ ਕਿਉਂ ਜਦੋਂ ਵੱਖਰੇ ਵੱਖਰੇ ਗ੍ਰੰਥ ਪੜ੍ਹੀਦੇ ਨੇ, ਕਿਉਂ ਭਾਈ ਮਰਦਾਨਾ ਜੀ ਨੂੰ ਭੁੱਖਾ ਪਿਆਸਾ ਸੀ ਤੇ ਗੁਰੂ ਦਾ ਹੁਕਮ ਹੀ ਨਹੀਂ ਸੀ ਮੰਨਦਾ। ਗੁਰੂ ਸਾਹਿਬ ਨੇ ਕਿਹਾ ਪਿੰਡ ਵਿੱਚ ਨਹੀਂ ਜਾਣਾ, ਭਾਈ ਮਰਦਾਨਾ ਜੀ ਕਹਿੰਦੇ ਮੈਂ ਤੇ ਜਾਣਾ। ਨਹੀਂ ਹੁਕਮ ਮੰਨਿਆ, ਉਹਨਾਂ ਨੇ ਭੇਡੂ ਬਣਾ ਲਿਆ। ਭੇਡੂ ਵੀ ਬਣਾਤਾ। ਮੇਰੇ ਨਾਲ ਭਾਈ ਸਾਹਿਬ ਜੀ ਬੈਠੇ ਨੇ ਢੋਲਕੀ ਵਜਾਉਣ ਵਾਲੇ। ਜੇ ਮੈਂ ਕਿਸੇ ਸੁਰ ਵਿੱਚ ਧਾਰਨ ਬੋਲਦਾ ਤੇ ਜੇ ਇਹਨਾਂ ਨੂੰ ਉਹਦਾ ਗਿਆਨ ਨਹੀਂ ਨਾ ਹੈਗਾ ਤੇ ਸਾਡੀ ਗੱਲ ਨਹੀਂ ਬਣਦੀ। ਇਹਨਾਂ ਨੂੰ ਉਸੇ ਸੁਰ ਤਾਲ ਦੇ ਵਿੱਚ ਉਹ ਤਾਲ ਵਜਾਉਣਾ ਪੈਣਾ। ਜੇ ਬਾਬਾ ਨਾਨਕ ਜੀ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆ ਰਬਾਬ ਛੇੜ ਗੁਰਬਾਣੀ ਆਈ ਹੈ, ਤੇ ਉਹ ਉਸੇ ਰਾਗ ਵਿੱਚ ਰਬਾਬ ਵਜਾਉਂਦੇ ਨੇ ਜਿਸ ਰਾਗ ਵਿੱਚ ਬਾਬਾ ਨਾਨਕ ਬਾਣੀ ਉਚਾਰਦਾ ਹੈ। ਤੇ ਨਹੀਂ ਕਹਿੰਦੇ ਤਲੰਗ ਰਾਗ ਵਿੱਚ ਬਾਣੀ ਆ ਗਈ, ਬਹਾਗੜੇ ਰਾਗ ਵਿੱਚ ਗੁਰਬਾਣੀ ਆ ਗਈ, ਆਸਾ ਰਾਗ, ਕਹਿੰਦੇ ਰਬਾਬ ਛੇੜ ਗੁਰਬਾਣੀ ਆਈ ਹੈ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਣੀ ਗਾਉਂਦੇ ਨੇ ਤੇ ਭਾਈ ਮਰਦਾਨਾ ਜੀ ਉਸੇ ਰਾਗ ਵਿੱਚ ਰਬਾਬ ਵਜਾਉਂਦੇ ਨੇ, ਤਾਂ ਭਾਈ ਦਾ ਸ਼ਬਦ ਬਰਾਬਰ ਦਾ ਸ਼ਬਦ ਵਰਤਿਆ। ਭਾਵੇਂ ਕਿ ਸਿੱਧਾ ਨੇ ਮਰਦਾਨੇ ਨੂੰ ਵੇਖ ਕੇ ਕਹਿ ਦਿੱਤਾ ਸੀਗਾ ਵੀ ਇਹ ਚੇਲਾ ਹੀ ਹੋਣਾ ਗੁਰੂ ਸਾਹਿਬ ਜੀ ਦਾ, ਇਹਦਾ ਨਾਨਕ ਦਾ। ਆਪਾਂ ਕਿ ਗੁਰੂ ਸਾਹਿਬ ਕਹਿੰਦੇ ਤੇ ਨਾਨਕ ਬਾਲਾ ਨਾਨਕ ਕਰਕੇ ਲਿਖਿਆ ਹੋਇਆ ਨਾ, ਇਹਦਾ ਚੇਲਾ ਹੋਣਾ, ਕਮੰਡਲ ਫੜਿਆ ਹੋਇਆ ਮਗਰ ਮਗਰ ਤੁਰਿਆ ਹੁੰਦਾ, ਚੇਲਾ ਹੀ ਹੋਣਾ। ਬਾਬੇ ਨਾਨਕ ਨੂੰ ਕਹਿੰਦੇ ਤੇਰਾ ਚੇਲਾ ਕੌਣ ਹੈ, ਤੇਰਾ ਗੁਰੂ ਕੌਣ ਹੈ?
बाबे नानक ने क्या कहते भुलेखा ना खा जिओ, जिन्हों तुसीं मेरा चेला समझते हो ना, मेरा चेला नहीं है, ये मेरा भाई है, बराबर से बहन वाला, इनू बराबर का अधिकार दिता। भावें लोग सूदर भी कहते सन, सूदर भी कह के पुकारते सन, पर गुरु नानक पातशाह महाराज ने भाई मरदाना ही किया। मैं एक साखी साझी कर देवां बड़ी कधार वाली। प्यास लगी है, कौतक वरताया है बाबे ने समझाउण वास्ते। भाई मरदाना जी नूं कहण लगे पानी लैके आओ, असीं भी छकना। हुण जिहड़ा एक बली कधारी सी ना, जिहड़ा पहाड़ां दा पानी थल्ले आउंदा सी, उहनूं उपर ही बन्निया होया सीगा, पर एक टोबा बनाया सी, चबच्चा बनाया सी पहाड़ी उपर, ते उत्ते ही पानी नूं रोकिया होया सी। ते पिंड दे जिहड़े लोग, शहर दे लोग जदों पानी लैण वास्ते जांदे सी उहदे कोलों, ते अपणियां ईना मनाउंदा सी उहनां नूं, तुसीं मेरे चेले बनो, मैनूं भेटा दे के जाओ, तां तुहानूं पानी देवांगा। गुरु नानक पातशाह महाराज ने भाई मरदाने नूं तोरिया पानी लैण वास्ते। हुण कपड़े जिहड़े ने साधुआं वाले पाए हुए ने, भाई मरदाने जी ने भी पहरावा भी इदां दा ही है। उन्हें कहा भी चल मेरा चेला बनने वास्ते आ गया, साधु रूप धार के, चलो चोला पाया होया, कहंदा जी पानी छकना है, कहंदा पानी इदां नहीं मिलना। किद्दां मिलना? मेरा चेला बन जा। कहंदे नहीं, मेरा पातशाह है, मेरा गुरु है, कहता फिर पानी नहीं मिलना। भाई मरदाना जी थले आ गए। गुरु नानक पातशाह महाराज कहते जानी जान वाल, कहते पानी लैके आया मरदाना, कहता नहीं, वो कहता चेला बन जा। कहता पहला चेला बन। ते बाबा नानक जी कह लगे बन जाना सी, पानी च लै उदों बन जानो चेला, तां किहड़ी गल सी। ते भाई मरदाना जी कहंदे सच्चे पातशाह, इस शरीर विचों जदों मेरी जान जिंद निकले ना मेरी, ये सिर किसी होर अगे ना झुके। मेरा सिर तेरे चरना ते होवे। आखिरी जदों सवास भी मेरे किते निकल ना, ते मेरा सिर तेरे चरना ते होना चाहिए। मेरा सिर तेरे चरना ते होवे, जदों मेरी जान निकले। तेरे चरना ते होवे, जदों मेरी जान निकले। जदों मेरी जान निकले, दादा जी जदों मेरी जान निकले, दादा जी जदों मेरी जान निकले, दादा जी जदों मेरी जान निकले।
ਜਦੋਂ ਮੇਰੀ ਜਾਨ ਨਿਕਲੇ ਮੇਰਾ ਸਿਰ ਤੇਰੇ ਚਰਨਾਂ ਤੇ ਹੋਵੇ ਜਦੋਂ ਮੇਰੀ ਜਾਨ ਨਿਕਲੇ ਆਹ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਕਿ ਜਦੋਂ ਮੇਰੀ ਜਾਨ ਨਿਕਲੇ ਨਾ ਤੇ ਸਿਰ ਝੁਕਿਆ ਹੋਵੇ ਤਾਂ ਪਾਤਸ਼ਾਹ ਤੇਰੇ ਅੱਗੇ ਝੁਕਿਆ ਹੋਵੇ। ਅੱਜ ਸਾਨੂੰ ਕਿਤੇ ਲੋੜ ਪੈ ਜਾਵੇ ਨਾ ਅਸੀਂ ਮਿੰਟ ਨਹੀਂ ਲਾਉਂਦੇ ਕਿਤੇ ਬਾਬੇ ਕੋਲੇ ਜਾਣ ਲੱਗੇ, ਕਿਸੇ ਪਖੰਡੀ ਕੋਲੇ ਜਾਣ ਲੱਗੇ। ਸਾਨੂੰ ਕੋਈ ਇੰਨਾ ਕਹਿ ਦੇ ਵੀ ਤੇਰੇ ਮੁੰਡੇ ਦਾ ਵੀਜ਼ਾ ਲੱਗ ਜੂ ਭਾਈ ਮੇਰੇ ਕੋਲੇ 5 ਚੌਂਕੀਆਂ ਭਰ ਜਾ ਕਰ ਤੂੰ, ਅਸੀਂ ਕਹਿੰਦੇ ਚੱਲ ਕਿਹੜੀ ਗੱਲ ਹੈ। ਉਦੋਂ ਹੀ ਬਾਬੇ ਨਾਨਕ ਨੂੰ ਸਾਈਡ ਤੇ ਕਰ ਦਿੰਦੇ ਆ, ਉਹ ਬਾਬਾ ਅੱਗੇ ਕਰ ਲੈਂਦੇ ਆ। ਜੇ ਕਿਤੇ ਬੁਖਾਰ ਚੜ ਜਾਵੇ ਨਾ ਕਿਤੇ ਬੰਦੇ ਨੂੰ, ਟਾਈਫਾਈਡ ਹੋ ਜਾਵੇ ਤੇ ਕੋਈ ਮੇਰੇ ਵਰਗਾ ਚੋਲੇ ਵਾਲਾ ਬਾਬਾ ਕਹਿ ਦੇ ਭਾਈ ਤੂੰ ਇੰਨੇ ਕੁ ਦਿਨ ਮੇਰੇ ਕੋਲ ਆ ਗਈ ਭਾਈ, ਐਤਵਾਰ ਦੇ ਐਤਵਾਰ ਆ ਜਾ। ਅਸੀਂ ਕਹਿੰਦੇ ਚੱਲ ਬਾਬੇ ਨਾਨਕ ਤੋਂ ਕੀ ਲੈਣਾ, ਫਿਰ ਉਧਰ ਨੂੰ ਹੋ ਤੁਰਦੇ ਆ। ਫਿਰ ਬਾਬੇ ਕੋਲੋਂ ਧਾਗਾ ਵੀ ਪਵਾ ਲਾ, ਬਾਬੇ ਕੋਲੋਂ ਫੂਕਾਂ ਵੀ ਮਰਾ ਲਾ। ਕਿ ਕਿਤੇ ਬਾਬੇ ਨਾਨਕ ਨੇ ਏਦਾਂ ਦਾ ਸਿੱਖ ਬਣਾਇਆ ਸੀ, ਜੇ ਏਦਾਂ ਦਾ ਹੀ ਸਿੱਖ ਬਣਾਉਣਾ ਸੀ ਤਾਂ ਪਹਿਲਾਂ ਥੋੜਾ ਕੁਝ ਸੀ। ਕਿਤੇ ਈਸਾਈ ਧਰਮ, ਹਿੰਦੂ ਧਰਮ, ਬੌਧ ਧਰਮ, ਜੈਨ ਧਰਮ, ਇਹ ਸਿੱਖ ਧਰਮ ਤੋਂ ਪਹਿਲਾਂ ਦੇ ਧਰਮ ਨੇ। ਕੀ ਲੋੜ ਪਈ ਸੀ ਬਾਬੇ ਨਾਨਕ ਨੂੰ ਇੱਕ ਵੱਖਰਾ ਧਰਮ ਚਲਾਉਣ, ਨਵੇਕਲਾ ਧਰਮ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ, ਨਿਰਮਲ ਮੀਨਜ਼ ਪਵਿੱਤਰ, ਸਾਫ ਸੁਥਰਾ, ਜਿਹਦੇ ਵਿੱਚ ਮਿਲਾਵਟ ਕੋਈ ਨਾ ਹੋਵੇ। ਤੇ ਅੱਜ ਆਪਾਂ ਕਿਤੇ ਦਾਅਵੇ ਨਾਲ ਕਹਿ ਸਕਦੇ ਵੀ ਸਾਡੇ ਵਿੱਚ ਕੋਈ ਮਿਲਾਵਟ ਨਹੀਂ ਹੋਈ, ਮੈਂ ਤੇ ਨਿਰਮਲ ਹਾਂ, ਮੇਰੇ ਵਿੱਚ ਨਾ ਬੌਧ ਧਰਮ ਦੀ, ਨਾ ਹਿੰਦੂ ਧਰਮ ਦੀ, ਨਾ ਈਸਾਈ ਧਰਮ ਦੀ, ਨਾ ਮੁਸਲਮਾਨ ਧਰਮ ਦੀ, ਸਾਡੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ। ਜਦੋਂ ਆਪਾਂ ਕਿਤੇ ਆਪਣੇ ਬੱਚੇ ਦਾ ਵਿਆਹ ਕਰਦੇ ਆ ਨਾ ਤੇ ਸਾਰੇ ਧਰਮ ਲੈ ਕੇ ਬਾਬੇ ਨਾਨਕ ਕੋਲੇ ਆ ਜਾਂਦੇ ਆਪਾਂ। ਆ ਸੁਣ ਲਿਓ ਜੀ, ਅਸੀਂ ਰਿੰਗ ਸਰਮਣੀ ਵੀ ਕਰਦੇ ਆ ਨਾ। ਇਹ ਕਿਹੜਾ ਧਰਮ ਹੈ? ਇਹ ਕਿਹੜੇ ਧਰਮ ਦੀ ਮਰਿਆਦਾ ਜੀ? ਰਿੰਗ ਸਰਮਣੀ ਕਰਤਾ ਤੇ ਵਿਆਹ ਹੋ ਗਿਆ ਭਲਾ। ਈਸਾਈ ਧਰਮ ਉਹ ਸਿਰਫ ਛਾਪ ਹੀ ਪਾਉਂਦੇ ਨੇ, ਵਿਆਹ ਹੋ ਗਿਆ। ਮਾਲਾ ਵੀ ਪਾਉਂਦੇ ਆ ਜਿਹਨੂੰ ਵਰਮਾਲਾ ਕਹਿੰਦੇ ਆ। ਇਹ ਕਿਹੜਾ ਧਰਮ ਹੈ? ਸਾਡਾ ਧਰਮ ਤਾਂ ਨਹੀਂ ਗਾ। ਈਸਾਈ ਧਰਮ ਦਾ ਵਿਆਹ ਵੀ ਕਰ ਲਿਆ, ਹਿੰਦੂ ਧਰਮ ਦਾ ਵਿਆਹ ਵੀ ਕਰ ਲਿਆ, ਸਿੱਖ ਧਰਮ ਦਾ ਵਿਆਹ ਵੀ ਅਸੀਂ ਕਰਦੇ ਵੀ ਲਾਵਾਂ ਵੀ ਜ਼ਰੂਰ ਲੈਣੀਆਂ ਨੇ, 3-3 ਵਿਆਹ। ਕਿ ਲਾਵਾਂ ਤੇ ਭਰੋਸਾ ਨਹੀਂ ਰਿਹਾ, ਵਿਸ਼ਵਾਸ ਨਹੀਂ ਗੁਰੂ ਤੇ, ਬਾਬੇ ਨਾਨਕ ਤੇ ਭਰੋਸਾ ਨਹੀਂ। ਜੇ ਭਰੋਸਾ ਤੇ ਫਿਰ ਦੂਜੇ ਕਾਹਦੇ ਵਾਸਤੇ? ਦੂਜੇ ਕਿਉਂ? ਦੂਜੇ ਕਾਹਦੇ ਵਾਸਤੇ? ਭਾਈ ਮਰਦਾਨੇ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਪਾਣੀ ਤੇ ਪੀਓ ਨੂੰ, ਤੂੰ ਇੰਨੀ ਪਿਆਸ ਲੱਗੀ ਹੋਈ ਹੈ, ਇੰਨੀ ਤੇਹ ਲੱਗੀ ਹੋਈ ਹੈ, ਪਾਣੀ ਤੇ ਪੀ ਲੈਨੋ ਤੁਸੀਂ ਗੁਰੂ ਚੇਲਾ ਬਣ ਜਾਂਦੋ ਤੂੰ। ਨਹੀਂ ਬਾਬਾ ਜੀ, ਇਸ ਸਰੀਰ ਵਿੱਚੋਂ ਜੇ ਕਿਤੇ ਜਾਨ ਵੀ ਨਿਕਲੇ ਨਾ ਤੇ ਮੈਂ ਤੇਰਾ ਹੀ ਹੋਵਾਂ, ਕਿਸੇ ਹੋਰ ਦਾ ਨਾ ਹੋਵਾਂ।
गुरु नानक पातशाह महाराज मर्दाने नूं कहते जा हुण जा पानी लैण वास्ते। नहीं बाबा उन्हें पानी नहीं देना, जा तू। हुक्म मन्निया, 7 बचन, फिर चढ़ गया पहाड़ से। अगे गली कदा तू फिर आ गया, वो पानी लैना, चेला बनना पऊ, दे दे पानी। पानी पियाउणा ते पुण्य हुंदा, कहता होऊगा, पर जे पानी चाहिदा है चेला बनना पैना। थल्ले आ गया। गुरु नानक पातशाह कहते हो मर्दानिया पानी नहीं लैके आया, पातशाह पानी नहीं दिता, उन्हें वही उहदा सवाल है, चेला बन जा। चले जा फिर, बन जा चेला। वेखो प्यास लगी हुई है, लम्मा सफर तय करके आए ने, 2 वारी पहाड़ से चढ़ाता बाबे नानक ने कि लिया पानी, परखते ने। प्यास लगी हो तो कितने पौड़ियां चढ़निया पै जान, 10-15 उन्नियां साडे वास्ते बहुत होंदियां। पहाड़ से चढ़े, पातशाह कहते बन जाना सी चेला तू, कहते नहीं, किस दे दर जावां जी छड्ड के द्वारा तेरा, किस दे दर जावां जी छड्ड के द्वारा तेरा, किस दे दर जावां जी छड्ड के द्वारा तेरा, किस दे दर जावां जी छड्ड के द्वारा वेखण वालियां कहा हैरान हो के, विख हिंदू दे नाल मुसलमान जांदा। समझण वालियां कहा नहीं नहीं, एक अल्लाह ते दूजा भगवान जांदा। वंडण लई ज्ञान मनुखता दा, एक गीता ते दूजा कुरान जांदा। इन्हां छड्डे ने परिवार जहान वास्ते, अज इन्हां दे पिछे जहान जांदा। वक्खो वक्खरी धर्म ने, वक्खो वक्खरी जातां ने, पर बाबे दे नानक दे नाल भाई मरदाना जी है। मरदानिया पानी ते लै जाओ, चेला बन जा। बन जाना सी चेला, नहीं सच्चे पातशाह। जे असीं भी सोचदे साडे नाल
गुरु नानक भाई मरदाने जिन्ना प्यार करे ते भाई मरदाना बनना पैना। आओ एक कविता जिसदे विच बड़े प्यारे बोल ने, सो सुननी कविता ध्यान दे नाल। जे चाहुंदे आ ना असीं कि बाबा नानक साडे नाल भाई मरदाने जिन्ना प्यार करे, जे बाबे नानक नूं कहा भाई मरदाने ने कि आखिरी समा सच्चे पातशाह तेरे चरणों में होना चाहिए, तो जदों आखिरी समा सीगा गुरु नानक पातशाह महाराज के चरणों में सीगा। आओ इस कविता पास सुने, उस थोड़ा ध्यान दे के। हाँ जी। नानक दे नानक दे आ रूप देखियो, जे जारी भी है ना किसी नाल दोस्ती भी है, तो वो दोस्ती है जदों एक बारी पै गई ते आखिरी सवासां तक भी वो दोस्ती नहीं छड्डी। और एक मरासी का पुत्र है, गरीब का, दूजा पटवारी का पुत्र है। सुनियो कविता। हाँ जी। नानक दे नानक दे हर खाते भजवाल रे हार की गंगाते की मकासी हर खाते भजवाल रे हार की गंगाते की मकासी अदयाम के राम से बसमरी और नाम सिदा पकासी बाबे बलियों दे पत्थर दे बाबे बलियों दे पत्थर दे जो के बिना संगाए मरदाने बरगाया किसे नानक दे मरदाने बरगाया किसे नानक दे नानक दे बाबे वाल कला पत्थर वली कंधार ने नहीं रेड़िया, लोगों ने भी पत्थर मारे ने बाबे नाल। सतगुरु बाणी अंदर फरमान करते ने, कोई आखे भूत ना को कहे बेताला। अज भी जो तुसी सच की गल करोगे, अज भी जो तुसी अपने हकों की गल करोगे,
ਤੇ ਵਿਰੋਧੀਆਂ ਨੇ ਤੇ ਤੁਹਾਡਾ ਵਿਰੋਧ ਕਰਨਾ ਹੀ ਹੈ। ਕਈ ਵਾਰੀ ਘਰ ਚੋਂ ਤੁਹਾਡੇ ਆਪਣੇ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਨੇ। ਬਾਬੇ ਨਾਨਕ ਨੂੰ ਢੀਬਾ ਮਾਰੀਆਂ, ਬਾਬੇ ਨਾਨਕ ਨੂੰ ਰੋੜੇ ਮਾਰੇ ਨੇ। ਜਦੋਂ ਬਾਬੇ ਨਾਨਕ ਨੂੰ ਰੋੜੇ ਪੱਥਰ ਲੋਕ ਮਾਰਦੇ ਸੀ ਤੇ ਮਰਦਾਨਾ ਆਪਣੀ ਛਾਤੀ ਅੱਗੇ ਕਰ ਲੈਂਦਾ ਸੀ, ਆਪਣਾ ਆਪ ਅੱਗੇ ਕਰ ਲੈਂਦਾ ਸੀ। ਸੁਣਿਓ ਜਰਾ ਧਿਆਨ ਦੇ ਨਾਲ, ਤਾਂ ਭਾਈ ਮਰਦਾਨੇ ਵਰਗਾ ਬਣਨਾ ਪੈਣਾ ਹੈ। ਲੋਕ ਮਾੜਾ ਚੰਗਾ ਵੀ ਬੋਲਣ, ਤੈਨੂੰ ਸਹਿਣਾ ਪੈਣਾ ਹੈ। ਮੈਂ ਬੇਨਤੀ, ਬੰਦਾ ਸਿੰਘ ਬਹਾਦਰ ਨਦੀ ਤੇ ਬੈਠੇ ਰਾਮ ਰਾਮ ਜਪਦੇ ਰਹਿੰਦੇ, ਉਹਨੂੰ ਆਪਣੇ ਪੁੱਤਰ ਦਾ ਕਾਲਜਾ ਨਹੀਂ ਸੀ ਕਢਵਾਉਣਾ ਪੈਣਾ। ਪੰਜਾਬ ਦੀ ਧਰਤੀ ਤੇ ਆਣ ਕੇ ਉਹਨੇ ਸਾਡੇ ਹੱਕਾਂ ਦੀ ਗੱਲ ਕੀਤੀ, ਜਮੂਰਾ ਨਾਲ ਉਹਦਾ ਮਾਸ ਨਿਚੋੜ ਦਿੱਤਾ, ਉਹਦਾ ਕੀਮਾ ਕਰ ਦਿੱਤਾ ਸਰੀਰ ਦਾ। 4 ਸਾਲ ਦਾ ਪੁੱਤਰ ਸੀ ਉਹਦਾ ਅਜੇ ਸਿੰਘ, ਉਹਦਾ ਕਾਲਜਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਸੀ। ਕਾਰਨ ਕੀ ਸੀ? ਸਾਡੇ ਹੱਕਾਂ ਦੀ ਗੱਲ ਕੀਤੀ ਸੀ ਉਹਨੇ। ਅੱਜ ਵੀ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੋਗੇ, ਤੁਹਾਡੇ ਆਪਣੇ ਹੀ ਤੁਹਾਡੇ ਵਿਰੋਧੀ ਪਹਿਲਾਂ ਬਣਨਗੇ। ਸੁਣਿਓ ਜੇ, ਬਾਬੇ ਨਾਨਕ ਦੇ ਜਦੋਂ ਪੱਥਰ ਪੈਂਦੇ ਨੇ ਤੇ ਭਾਈ ਮਰਦਾਨਾ ਜੀ ਆਪਣਾ ਸੀਨਾ ਪਹਿਲਾਂ ਅੱਗੇ ਕਰ ਲੈਂਦੇ ਨੇ। ਸੁਣਿਓ, ਹਾਂਜੀ। ਕੋਈ ਗੱਲ ਨਹੀਂ ਮਰਦਾਨੇ ਨੂੰ, ਨਾ ਪੈਸੇ ਦਾ ਦੇਗਾ। ਪੈਸਾ ਵੇਖ ਕੇ ਨਾਲ ਨਹੀਂ ਤੁਰਿਆ ਸੀ ਵੀ ਤੂੰ ਪਟਵਾਰੀ ਦਾ ਪੁੱਤਰ ਹੈ, ਤੇਰੀ ਰਾਏ ਬੁਲਾਰਨਾ ਚੰਗੀ ਬਣਦੀ ਹੈ, ਮੈਨੂੰ ਤਨਖਾਹ ਕਿੰਨੀ ਦੇਵੇਂਗਾ, ਇਹ ਕਹਿ ਕੇ ਨਾਲ ਨਹੀਂ ਤੁਰਿਆ ਭਾਈ ਮਰਦਾਨਾ। ਘਰੋਂ ਤੇ ਗਰੀਬੀ ਹੈ, ਤੇਰੇ ਘਰ ਵਿੱਚ ਤੇ ਸਾਰਾ ਕੁਝ ਹੀ ਹੈ, ਪਟਵਾਰੀ ਦਾ ਪੁੱਤਰ ਹੈ, ਜ਼ਮੀਨ ਜਾਇਦਾਦ ਵੀ ਹੈਗੀ ਹੈ, ਮੈਂ ਗਰੀਬ ਹਾਂ, ਮੈਨੂੰ ਕੀ ਦੇਵੇਂਗਾ ਤੂੰ? ਸੁਣਿਓ ਜੀ, ਹਾਂਜੀ। ਕੋਈ ਲਾਲਚ ਨਹੀਂ ਮਰਦਾਨੇ ਨੂੰ, ਨਾ ਪੈਸੇ ਦਾ ਦੇਗਾ। ਭਾਵੇਂ ਕਿ ਘਰ ਵਿੱਚ ਮਸਲਾ ਹੈ, ਕਦੇ ਰੋਟੀ ਦਾ ਕਦੇ ਸੌਦੇ ਦਾ। ਨਾਨਕ ਨਾ ਕੱਲਾ ਰਹਿ ਜਾਵੇ, ਨਾਨਕ ਨਾ ਕੱਲਾ ਰਹਿ ਜਾਵੇ, ਉਹ ਤਾਂ ਬਖਸ਼ਣਾ ਚਾਹੁੰਦਾ ਹੈ। ਮਰਦਾਨੇ ਵਰਗਾਇਆ ਕਿਸੇ, ਨਾਨਕ ਦੇ ਹਿੱਸੇ ਆਉਂਦਾ ਹੈ। ਮਰਦਾਨੇ ਵਰਗਾਇਆ ਕਿਸੇ, ਨਾਨਕ ਦੇ ਹਿੱਸੇ ਆਉਂਦਾ ਹੈ। ਨਾਨਕ ਦੇ ਹਿੱਸੇ ਆਉਂਦਾ ਹੈ। ਵੈਰੋ ਵਾਰ ਕਰੇ ਹੀ ਬੈਠਾ ਰਹਿ, ਇਹ ਨਵੇਂ ਸੋਚਦਾ ਰਹਿਣਾ ਹੈ। ਵੈਰੋ ਵਾਰ ਕਰੇ ਹੀ ਬੈਠਾ ਰਹਿ, ਇਹ ਨਵੇਂ ਸੋਚਦਾ ਰਹਿਣਾ ਹੈ। ਨਾਨਕ ਦੇ ਲਾਗੇ ਖੜਨ ਲਈ ਮਰਦਾਨਾ ਦੱਸਣਾ ਪੈਣਾ ਹੈ। ਬਾਬੇ ਦੇ ਕੇ ਬੋਲ ਤੇ ਜਾ, ਬਾਬੇ ਦੇ ਕੇ ਬੋਲ ਤੇ ਜਾ, ਕੋਡੇ ਨਾਲ ਮੱਥਾ ਲਾਉਂਦਾ ਏ। ਮਰਦਾਨੇ ਵਰਗਾਇਆ ਕਿਸੇ, ਨਾਨਕ ਦੇ ਹਿੱਸੇ ਆਉਂਦਾ ਏ। ਮਰਦਾਨੇ ਵਰਗਾਇਆ ਕਿਸੇ, ਨਾਨਕ ਦੇ ਹਿੱਸੇ ਆਉਂਦਾ ਏ। ਨਾਨਕ ਦੇ ਹਿੱਸੇ ਆਉਂਦਾ ਏ। ਬਾਬੇ ਦੇ ਇੱਕੋ ਬੋਲ ਉੱਤੇ ਕੌਡੇ ਨਾਲ ਮੱਥਾ ਲਾਉਂਦਾ ਹੈ। ਬਾਬੇ ਨਾਨਕ ਨੇ ਅੱਜ ਸਾਨੂੰ ਵੀ ਉਹੀ ਸਿੱਖਿਆ ਦਿੱਤੀ ਹੈ। ਦੁਨੀਆ ਤੇ ਕੌਡੇ ਰੱਖ ਕਿਤੇ ਇੱਕੋ ਉਹੀ ਨਹੀਂ ਸੀ, ਅੱਜ ਵੀ ਬਹੁਤ ਨੇ। ਬਾਬੇ ਨਾਨਕ ਨੇ ਜੇ
ਬਾਬਰ ਨੂੰ ਜਾ ਕੇ ਜਾਬਰ ਕਹਿ ਦਿੱਤਾ ਸੀ ਉਹ ਤੋਂ ਗਲਤ ਹੈ। ਅੱਜ ਸਾਨੂੰ ਵੀ ਤੇ ਬਾਬਾ ਨਾਨਕ ਉਹੀ ਸਿੱਖਿਆ ਦੇ ਰਿਹਾ ਨਾ। ਅੱਜ ਅਸੀਂ ਕਹਿ ਦਿੰਦੇ ਸਾਨੂੰ ਕੀ, ਮੈਂ ਕੀ ਲੈਣਾ ਦੇਣਾ, ਪਰ ਬਾਬੇ ਨਾਨਕ ਨੇ ਇਦਾਂ ਦਾ ਇਹ ਸਿੱਖ ਨਹੀਂ ਸੀ ਬਣਾਇਆ। ਉਹਨੇ ਕਿਹਾ ਬੋਲ ਸੋ ਧਰਮੜੀਆ ਮੋਹਣ ਕਤ ਧਾਰੀ ਰਾਮ। ਇਹ ਜ਼ਬਾਨ ਤੈਨੂੰ ਚੁੱਪ ਰਹਿਣ ਵਾਸਤੇ ਨਹੀਂ ਦਿੱਤੀ, ਇਹ ਜ਼ਬਾਨ ਤੈਨੂੰ ਬੋਲਣ ਵਾਸਤੇ ਦਿੱਤੀ। ਇਸ ਜ਼ਬਾਨ ਨਾਲ ਬੋਲ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਪਾਣੀ ਤੇ ਲੈ ਕੇ ਆਉਣਾ ਤੂੰ, ਤੇ ਪਾਤਸ਼ਾਹ ਜੀ ਅੱਗੇ ਕੀ ਅਰਦਾਸ ਕਰਦੇ ਨੇ, ਐਸੀ ਦਇਆ ਕਰੋ ਮਹਾਰਾਜ, ਸੱਚੇ ਪਾਤਸ਼ਾਹ ਮੇਰੇ ਤੇ ਦਇਆ ਕਰ ਦੇ ਨਾ, ਪਰ ਰਹਿਮਤ ਕਰ ਦਿਓ ਸੱਚੇ ਪਾਤਸ਼ਾਹ, ਮੇਰੇ ਤੇ ਦਇਆ ਕਰ ਦਿਓ, ਮੇਰਾ ਮਨ ਕਿਤੇ ਡੋਲ ਨਾ ਜਾਵੇ। ਐਸੀ ਦਇਆ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਦਇਆ ਕਰੋ ਮਹਾਰਾਜ ਮੇਰਾ ਮਨ ਵੀ ਡੋਲੇ ਨਾ, ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਕਦੇ ਵੀ ਡੋਲੇ ਨਾ ਮੇਰਾ ਮਨ ਕਦੇ ਵੀ ਡੋਲੇ ਨਾ, ਦਇਆ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਦਇਆ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਦਇਆ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਦਇਆ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਦਇਆ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ, ਐਸੀ ਦਇਆ ਕਰੋ ਮਹਾਰਾਜ ਮੇਰਾ ਮਨ ਕਦੇ ਵੀ ਡੋਲੇ ਨਾ। ਤੀਸਰੀ ਵਾਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਨੂੰ ਪਾਣੀ ਲੈਣ ਵਾਸਤੇ ਭੇਜਦੇ ਨੇ। ਪਿਆਸਾ ਬਹੁਤ ਔਖਾ ਹੋ ਕੇ ਪਹਾੜੀ ਚੜ੍ਹਿਆ ਔਰ ਜਾ ਕੇ ਵਲੀ ਕੰਧਾਰੀ ਨੂੰ ਕਹਿਣ ਲੱਗਾ ਪਾਣੀ ਦੇ। ਉਹ ਕਹਿੰਦਾ ਤੈਨੂੰ 2 ਵਾਰੀ ਅੱਗੇ ਮੋੜ ਦਿੱਤਾ, ਤੈਨੂੰ ਸੁਣਿਆ ਨਹੀਂ? ਜੇ ਪਾਣੀ ਲੈਣਾ ਤੇ ਮੇਰਾ ਚੇਲਾ ਬਣਨਾ ਪੈਣਾ। ਵੇਖੋ ਕਿਹੋ ਜਿਹਾ ਸਮਾਂ ਹੋਵੇਗਾ ਉਦੋਂ। ਮੈਂ ਕਈ ਵਾਰੀ ਬੇਨਤੀ ਕੀਤੀ ਹੈ ਕਿ ਸਾਡੇ ਵਰਗਾ ਹੁੰਦਾ ਤੇ ਮਿੰਟ ਨਹੀਂ ਸੀ ਲਾਉਣਾ ਡੋਲਣ ਲੱਗਿਆ, 1 ਮਿੰਟ ਲਾਉਣਾ ਸੀ। ਪਰ ਭਾਈ ਮਰਦਾਨੇ ਦੇ ਅੰਦਰ ਕੀ ਚੱਲਦਾ? ਬਾਣ ਧਰਮ ਦੀ ਕਦੇ ਨਾ ਛੱਡੀਏ, ਬਾਣ ਧਰਮ ਦੀ ਕਦੇ ਨਾ ਛੱਡੀਏ, ਦੁਖੜੇ 1000 ਝੱਲੀਏ, ਧਰਮ ਦੀ ਕਦੇ ਨਾ ਛੱਡੀਏ, ਦੁਖੜੇ 1000
दुखड़े हजार चलिए यार दुखड़े हजार ਲੱਖਾਂ ਮੁਸੀਬਤਾਂ ਪੈਣ, ਲੱਖਾਂ ਦੁਖੜੇ ਆਉਣ ਇਸ ਸਰੀਰ ਤੇ, ਪਰ ਆਪਣਾ ਧਰਮ ਕਦੇ ਨਾ ਛੱਡੋ। ਭਾਈ ਮਰਦਾਨੇ ਵਰਗੇ ਬਣ ਜਾਓ ਜੇ ਬਾਬੇ ਨਾਨਕ ਦੇ ਯਾਰ ਬਣਨਾ। ਕਹਿੰਦਾ ਪਾਣੀ ਨਹੀਂ ਮਿਲਣਾ, ਉਹ ਮੁੜ ਜਾ ਵਾਪਸ। ਵਿਆਕਲ ਹੋਇਆ ਭਾਈ ਮਰਦਾਨਾ, ਫਿਰ ਵਾਪਸ ਆ ਗਿਆ। ਮਰਦਾਨਿਆ ਪਾਣੀ ਨਹੀਂ ਲੈ ਕੇ ਆਇਆ, ਨਹੀਂ ਸੱਚੇ ਪਾਤਸ਼ਾਹ ਪਾਣੀ ਨਹੀਂ ਦਿੱਤਾ। ਲੈ ਮਰਦਾਨਿਆ ਪਾਣੀ ਤੇਰੇ ਕੋਲੇ ਹੁਣ ਆਪ ਆਊਗਾ। ਮਰਦਾਨਾ ਕਹਿਣ ਲੱਗਾ ਸੱਚੇ ਪਾਤਸ਼ਾਹ ਪਾਣੀ ਉਹਨੇ ਦਿੱਤਾ ਨਹੀਂ, ਹੁਣ ਕਿਵੇਂ ਆਉਣਾ? ਹੁਣ ਨਹੀਂ ਮਰਦਾਨਿਆ ਦੇਖ ਪਾਣੀ ਆ ਰਿਹਾ। ਕੁਦਰਤ ਪਰਮੇਸ਼ਰ ਦੀ ਕਲਾ, ਜਿੱਥੇ ਉਹਨੇ ਪਾਣੀ ਬੰਨਿਆ ਹੋਇਆ ਸੀ ਨਾ, ਉੱਥੋਂ ਪਾਣੀ ਆਪ ਵਗ ਤੁਰਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਪਾਣੀ ਪੀ। ਪਾਣੀ ਪੀਤਾ। ਹੁਣ ਵਲੀ ਕੰਧਾਰੀ ਦਾ ਜਿਹੜਾ ਉਹ ਚਬੱਚਾ ਬਣਿਆ ਹੋਇਆ ਸੀ, ਜਿਹੜਾ ਟੋਭਾ ਬਣਿਆ ਹੋਇਆ ਸੀ, ਖਾਲੀ ਹੋ ਗਿਆ। ਪਤਾ ਲੱਗ ਗਿਆ ਵੀ ਪਾਣੀ ਵਗ ਗਿਆ। ਉਹਨੇ ਕਿਹਾ ਇਹਨਾਂ ਨੂੰ ਖਤਮ ਕਰ ਦਈਏ, ਮਾਰ ਦਈਏ ਇਹਨਾਂ ਨੂੰ। ਬਹੁਤ ਜ਼ਿਆਦਾ ਸਾਖੀਕਾਰਾਂ ਨੇ ਐਸਾ ਲਿਖਿਆ ਵੀ ਉੱਤੋਂ ਪੱਥਰ ਰੇੜਿਆ ਵਲੀ ਕੰਧਾਰੀ ਤੇ ਇਹਨਾਂ ਨੂੰ ਮਾਰ ਹੀ ਦੇਣਾ ਹੈ। ਤੇ ਬਾਬਾ ਨਾਨਕ ਜੀ ਉਸ ਪੱਥਰ ਨੂੰ ਰਸਤੇ ਵਿੱਚ ਹੀ ਰੋਕ ਦਿੰਦੇ ਨੇ। ਆਖੋ ਸਤਨਾਮ। ਸਾਡੇ ਵਾਸਤੇ ਸਿੱਖਿਆ ਦਾ ਕੇਂਦਰ ਹੈ ਕਿ ਜੇ ਸਿੱਖਾ ਤੂੰ ਗੁਰੂ ਦਾ ਸਿੱਖ ਬਣ ਕੇ ਵੇਖ, ਇੱਕ ਵਾਰੀ ਗੁਰੂ ਦਾ ਸਿੱਖ ਤੇ ਬਣ, ਵੱਡੇ ਵੱਡੇ ਪੱਥਰ ਵੀ ਤੇਰਾ ਕੁਛ ਨਹੀਂ ਵਿਗਾੜ ਸਕਦੇ। ਵਲੀ ਕੰਧਾਰੀ ਕਹਿੰਦੇ ਆਪ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਣ ਕੇ ਟਿਕ ਗਿਆ।
ਅਫਗਾਨਿਸਤਾਨ ਦੇ ਵਿੱਚ ਚੌਥੀ ਉਦਾਸੀ ਦੇ ਸਮੇਂ ਅਫਗਾਨਿਸਤਾਨ ਦੇ ਵਿੱਚ ਭਾਈ ਮਰਦਾਨਾ ਜੀ ਆਖਰੀ ਸਵਾਸਾਂ ਦੇ ਵਿੱਚ ਨੇ। ਲਾਗੇ ਕਰ ਦੇਵਾਂ ਗੱਲ ਨੂੰ, ਕਿਉਂਕਿ ਗੁਰੂ ਸਾਹਿਬਾਂ ਦਾ ਇਤਿਹਾਸ ਤੇ ਨਾ ਵਿਸ਼ਾਲ ਹੈ। ਆਪਾਂ ਇੱਥੇ ਪੜ੍ਹਨ ਲੱਗ ਜਾਈਏ, ਗਾਉਣ ਲੱਗ ਜਾਈਏ ਤੇ ਬਹੁਤ ਲੰਮਾ ਸਮਾਂ ਲੱਗ ਸਕਦਾ ਹੈ। ਇੱਕ ਇੱਕ ਸਾਖੀ ਘੰਟਿਆਂ ਵੱਧੀ ਸਮਾਂ ਮੰਗਦੀ ਹੈ। ਆਖਰੀ ਸਵਾਸਾਂ ਦੇ ਵਿੱਚ ਨੇ ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਰਦਾਨਿਆ ਕੋਈ ਆਖਰੀ ਖਵਾਇਸ਼ ਦੱਸ ਦੇ। ਪਤਾ ਸੀ ਪਾਤਸ਼ਾਹ ਨੂੰ ਕਿ ਮੁਸਲਮਾਨ ਪਰਿਵਾਰ ਦੇ ਨਾਲ ਸੰਬੰਧ ਰੱਖਣ ਵਾਲੇ ਨੇ। ਮਰਦਾਨਿਆ ਜੇ ਤੂੰ ਕਵੇਂ ਤਾਂ ਤੇਰੀ ਕਬਰ ਬਣਾ ਦਈਏ। ਇਹ ਆਖਰੀ ਸਮੇਂ ਦੀਆਂ ਗੱਲਾਂ ਨੇ ਪਾਤਸ਼ਾਹ ਦੇ ਨਾਲ। ਜੇ ਤੂੰ ਕਵੇਂ ਤਾਂ ਤੇਰੀ ਕਬਰ ਬਣਾ ਦਈਏ, ਸਮਾਧ ਬਣਾ ਦਈਏ। ਮਰਦਾਨਾ ਜੀ ਕਹਿਣ ਲੱਗਾ, ਨਹੀਂ ਸੱਚੇ ਪਾਤਸ਼ਾਹ, ਇੱਟਾਂ ਦੇ ਵਿੱਚੋਂ ਤਾਂ ਮੈਨੂੰ ਕੱਢਿਆ ਜੇ, ਇਹਨਾਂ ਸਮਾਧਾਂ ਦੇ ਵਿੱਚੋਂ ਤਾਂ ਮੈਨੂੰ ਕੱਢਿਆ ਜੇ, ਫਿਰ ਸਮਾਧਾਂ 'ਚ ਹੀ ਪਾਉਣਾ, ਫਿਰ ਇੱਟਾਂ 'ਚ ਹੀ ਪਾਉਣਾ। ਹੁਣ ਤੇ ਇੱਕੋ ਹੀ ਮੇਰੀ ਖਵਾਇਸ਼ ਹੈ ਸੱਚੇ ਪਾਤਸ਼ਾਹ, ਉਹ ਕਿਹੜੀ ਹੈ? ਇੱਕੋ ਹੀ ਹੈ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ। ਆਹ ਖਵਾਇਸ਼ ਹੈ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਮਾਲਕਾ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਮਾਲਕਾ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਮਾਲਕਾ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਮਾਲਕਾ। ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਮਾਲਕਾ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਮਾਲਕਾ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਮਾਲਕਾ। ਜਨਮਾਂ ਜਨਮਾਂ ਦੇ ਵਿਛੋੜੇ ਪੈਂਦੇ ਆਏ ਨੇ, ਹੁਣ ਨਾ ਵਿਛੋੜੀ ਮਾਲਕਾ। बहुत जन्म बिछड़े थे माधो, ये जन्म तुम्हारे सच्चे पातशाह। कई जन्म पे कीट पतंगा, कई जन्म गज मीन परंगा। बड़ा लंबा समा हो गया तरतों बिछड़िया नूं। भई प्राप्त मानुख दे हुरिया, गोबिंद मिलन की इक्को ते वारी मिली है सच्चे पातशाह की। वारी खुद जाके किते तेनू मिलन दी एक वारी मिली, होन अपने नालों विछोड़ी ना। आखिरी सवासां दे विच गुरु साहब ने अपनी गोद विच भाई मरदाने जी का सिर रखिया। उत्थे भाई मरदाना जी ने अपने सवास त्यागे। जैसे भी सोचते हैं ना साडा जीवन भी भाई मरदाने जी वर्गा होवे, तो फिर भाई मरदाना बनना पैना है। गुरु नानक से नेड़े होने वास्ते भाई मरदाना बनना पैना। जात पात के वितकरे नूं खत्म करना पैना।
ਊਚ ਨੀਚ ਛੂਤ ਛਾਤ ਇਹ ਸਭ ਕੁਝ ਖਤਮ ਕਰਨਾ ਪੈਂਦਾ। ਸਾਡੇ ਵਿੱਚੋਂ ਜੇ ਇਹੀ ਕੁਝ ਨਹੀਂ ਗਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੌਣ ਸੀ? ਭਾਈ ਮਰਦਾਨਾ ਜੀ ਕੌਣ ਸੀ? ਕਿੰਨਾ ਸਮਾਂ ਨੇੜੇ ਬਿਠਾਲਦੇ ਰਹੇ ਪਾਤਸ਼ਾਹ ਨੂੰ। ਇੱਕ ਹੋਰ ਬੇਨਤੀ ਸੁਣਿਓ, ਸੱਜੇ ਪਾਸੇ ਬਿਠਾਲਦੇ ਨੇ। ਜਦੋਂ ਸਾਖੀ ਪੜ੍ਹੋਗੇ ਨਾ, ਇਤਿਹਾਸ ਪੜ੍ਹੋਗੇ, ਕਿਉਂਕਿ ਗੁਰੂ ਘਰ ਦਾ ਕੀਰਤਨੀਆ ਸੀ ਭਾਈ ਮਰਦਾਨਾ ਜੀ, ਤੇ ਪਾਤਸ਼ਾਹ ਆਪਣੇ ਸੱਜੇ ਪਾਸੇ ਬਿਠਾਲਦੇ ਨੇ ਭਾਈ ਮਰਦਾਨਾ ਜੀ ਨੂੰ। ਤੇ ਕਿਤੇ ਆਪਣੇ ਮਨ ਵਿੱਚ ਵੀ ਇਹ ਚੀਜ਼ਾਂ ਆ ਜਾਣ, ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਜਿੰਨੀ ਵੀ ਦੁਨੀਆ ਹੈ, ਕਾਇਨਾਤ ਪੂਰੀ ਆਲ ਵਰਲਡ, ਕਿਉਂ ਫਿਰ ਸਾਡੇ ਵਿੱਚੋਂ ਤੇਰ ਮੇਰ ਨਹੀਂ ਖਤਮ ਹੁੰਦੀ? ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ, ਰਹੀਏ ਭਾਈ ਭਾਈ ਬਣ ਕੇ। ਰਹੀਏ ਭਾਈ ਭਾਈ ਬਣ ਕੇ। एक पिता एक सके हम बार, मानस की जात सब एके, इको ही साडा प्यो है, इको ही साडी मां है। तू मेरा पिता, तू है मेरा माता। सो सारे जने जिन्नी भी आपां कायनात अंदर जिन्नी भी दुनिया वसदी है, भैन भरावां वाला जिहड़ा उन्हां दे नाल सलूक रखीए, प्यार नाल रहीए जिथे भी रहना है। कुदरत करके वसिया होए, वो इसे कुदरत विच ही वसिया होया है। जिन्ने आपां बैठे हैं ना, सारियां विच ही रब है। एक है, अनेक है, अनेक है फिर इत्थे ही ते रब है। ਅਸੀਂ ਰੱਬ ਨੂੰ ਕਿੱਥੋਂ ਲੱਭਦੇ ਫਿਰਦੇ ਆ? ਕੋਈ ਗੁਰਦੁਆਰੇ ਵਿੱਚੋਂ ਲੱਭਦਾ ਫਿਰਦਾ, ਕੋਈ ਮੰਦਿਰ ਵਿੱਚੋਂ ਲੱਭਦਾ ਫਿਰਦਾ, ਕੋਈ ਮਸੀਤ ਵਿੱਚੋਂ ਲੱਭਦਾ ਫਿਰਦਾ, ਕੋਈ ਗਿਰਜੇ ਘਰ ਵਿੱਚੋਂ ਲੱਭਦਾ ਫਿਰਦਾ, ਕੋਈ ਜੰਗਲਾਂ ਚੋਂ, ਕੋਈ ਤਬੇਲਿਆਂ ਚੋਂ, ਕੋਈ ਕਿਤੇੋਂ ਕੋਈ ਕਿਤੇੋਂ। ਪਰ ਰੱਬ ਜੀ ਕਹਿੰਦੇ ਨੇ, ਗੁਰੂ ਨਾਨਕ ਦਾ ਰੱਬ ਕਿੱਥੇ ਹੈ? ਗੁਰੂ ਨਾਨਕ ਦਾ ਰੱਬ, ਜਿਸ ਰੱਬ ਦੀ ਗੱਲ ਬਾਬੇ ਨਾਨਕ ਨੇ ਕੀਤੀ ਸੀ ਨਾ, ਉਹ ਰੱਬ ਨਾ ਤੇ ਮੰਦਿਰਾਂ ਵਿੱਚ ਜੇ, ਨਾ ਮਸੀਤਾਂ ਵਿੱਚ ਜੇ, ਨਾ ਗੁਰੂ ਘਰਾਂ ਦੇ ਵਿੱਚ। ਤੇ ਇੱਥੋਂ ਸਿੱਖਿਆ ਜ਼ਰੂਰ ਮਿਲਦੀ ਹੈ कि रब है किथे, दसिया जाता है रब है किथे। मैं पहला पंक्ति पढ़ के कुदरत करके वसिया, तो उन्हें पहला सारी कुदरत नूं बनाया, फिर उहदे विच ही समा गया, उहदे विच ही रब बैठा होया है। सारियां विच ही ये परमेश्वर कण कण दे विच समाया होया है। असीं वक्खो वक्खरियां इट्टां विचों रब नूं लभदे फिरदे, इत्थे रब बैठा होया इट्टां विच। ते जिहड़े एडे एडे गुरु घर बनाए आ ना, एक सिੱਖਿਆ ਦਾ ਕੇਂਦਰ ने। ध्यान देना जे, ਧਰਮਸਾਲ ਚਟਸਾਲ ਹੈ। ਭਾਈ ਗੁਰਦਾਸ ਜੀ ਇਹ ਗੱਲ ਕਹਿੰਦੇ ਨੇ, ਕਹਿੰਦੇ ਧਰਮਸਾਲ ਵਿੱਚ ਹੁੰਦਾ ਗੁਰਦੁਆਰਾ, ਧਾਰਮਿਕ ਸਥਾਨ। ਕਹਿੰਦੇ ਜਿਹੜੇ ਧਰਮਸਾਲ ਗੁਰਦੁਆਰੇ ਨੇ, ਚਟਸਾਲ ਦਾ ਭਾਵ ਅਰਥ ਹੁੰਦਾ ਸਕੂਲ। ਇਹ ਸਕੂਲ ਹੈ। ਤੇ ਸਕੂਲੇ ਬੱਚਾ ਕੀ ਲੈਣ ਜਾਂਦਾ ਭਲਾ? ਪੜ੍ਹਨ ਵਾਸਤੇ, ਸਿੱਖਿਆ ਲੈਣ ਵਾਸਤੇ। ਅਸੀਂ ਆਉਂਦੇ ਸਿਰਫ ਮੱਥਾ ਟੇਕ ਕੇ ਪ੍ਰਕਰਮਾਂ ਕੀਤੀਆਂ ਚੱਲ ਕਰ ਲਓ। ਉੱਥੇ ਮੇਰੇ ਪਾਤਸ਼ਾਹ ਜੀ ਕਹਿੰਦੇ ਭਾਵੇਂ 100 ਗੇੜਾ ਆਪ ਜਾਵੋ, ਇੱਕ ਗੇੜਾ ਨਹੀਂ, 2 ਗੇੜੇ ਨਹੀਂ, ਭਾਵੇਂ ਆ ਮੱਥਾ ਟੇਕ ਇੱਕ ਵਾਰੀ ਨਹੀਂ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਭਾਵੇਂ 100 ਵਾਰੀ ਮੱਥਾ ਟੇਕ ਜਾ ਤੋ। ਸਤਿਗੁਰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੀ
ਗੱਲ ਤਾਂ ਇੱਥੇ ਨਿਬੜਨੀ ਹੈ। ਮੇਰਾ ਆਪਣਾ ਫੈਸਲਾ ਨਹੀਂ, ਬਾਬੇ ਨਾਨਕ ਦਾ ਫੈਸਲਾ। ਜਿੰਨਾ ਚਿਰ ਤੱਕ ਤੂੰ ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਨਾ ਕਰਦਾ, ਵਿਚਾਰ ਨੂੰ ਸਮਝਦਾ ਨਹੀਂ, ਆਪਣੇ ਜੀਵਨ ਵਿੱਚ ਗ੍ਰਹਿਣ ਨਹੀਂ ਕਰਦਾ, ਵੇਖਣ ਨਾਲ ਮੁਕਤੀ ਨਹੀਂ ਮਿਲਣੀ। ਵੀ ਰੁਮਾਲਾ ਬੜਾ ਸੋਹਣਾ ਲਾਇਆ ਸੀ, ਵੇਖਣ ਨਾਲ ਮੁਕਤੀ ਨਹੀਂ ਪੀ, ਇਮਾਰਤ ਬੜੀ ਸੋਹਣੀ ਬਣੀ। ਇਹ ਬਾਬੇ ਨਾਨਕ ਦਾ ਫੈਸਲਾ ਹੈ, ਗੁਰੂ ਗ੍ਰੰਥ ਸਾਹਿਬ ਦਾ ਫੈਸਲਾ। ਜੇ ਆਪਾਂ ਗੁਰਦੁਆਰੇ ਬਣਾਏ ਆ, ਸਤ ਸੰਗਤ ਕਰਿਆ ਕਰੀਏ। ਕਈ ਵਾਰੀ ਸਾਡੇ ਮਨਾਂ ਨੂੰ ਹੁੰਦਾ ਵੀ ਵੇਖੋ ਜੀ ਸਤ ਸੰਗਤ ਦੀ ਕੀ ਲੋੜ ਹੈ, ਹਰ ਆਪਣੇ ਘਰ ਵਿੱਚ ਸਾਰੇ ਸਿਆਣੇ ਨੇ, ਤੇ ਕਿਤੇ ਰਾਏ ਬੁਲਾਰ ਘੱਟ ਸਿਆਣਾ ਹੋਣਾ, ਲੋਧੀ ਖਾਨ ਘੱਟ ਸਿਆਣਾ ਹੋਣਾ। ਸੱਜਣ ਠੱਗ ਵੀ ਤੇ ਆਪਣੇ ਆਪ ਨੂੰ ਸਿਆਣਾ ਹੀ ਸਮਝਦਾ ਸੀ, ਭਾਵੇਂ ਕੌਡਾ ਰਾਖਸ਼, ਭਾਵੇਂ ਉਹਨੂੰ ਰਾਖਸ਼ ਕਹਿ ਕੇ ਵਿਚਾਰੇ, ਪਰ ਉਹ ਆਪਣੇ ਆਪ ਨੂੰ ਸਿਆਣਾ ਹੀ ਸਮਝਦਾ ਹੋਊ। ਕਮਲਾ ਕੌਣ ਸਮਝਦਾ ਆਪਣੇ ਆਪ ਨੂੰ? ਪਰ ਗੁਰੂ ਕੋਲੋਂ ਜੀਵਨ ਦੀ ਜਾਚ ਸਿੱਖ ਕੇ ਆਪਣਾ ਜੀਵਨ ਸੋਹਣਾ ਬਣਾ ਲਈਏ ਜੀ। ਸਮਾਂ ਪਹਿਲਾਂ ਹੀ ਵਧੀਕ ਹੋ ਚੁੱਕਿਆ, ਮੈਂ ਖਿਮਾ ਚਾਹੁੰਦਾ ਤੁਹਾਡੇ ਕੋਲੋਂ, ਪਰ ਜਿਹੜੇ ਕਥਾ ਵਿਚਾਰ ਕੀਰਤਨ ਇਹਦੇ ਵਾਸਤੇ ਸਮਾਂ ਥੋੜਾ ਜਿਹਾ ਵਧੇਰੇ ਚਾਹੀਦਾ ਹੁੰਦਾ, ਸੋ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਮੈਂ ਅੱਧਾ ਘੰਟਾ ਤਕਰੀਬਨ ਵੱਧ ਹੀ ਲੈ ਗਿਆ ਤੁਹਾਡੇ ਕੋਲੋਂ, ਪਰ ਮੈਨੂੰ ਆਨੰਦ ਆਇਆ। ਭਾਵੇਂ ਜਿੰਨੇ ਵੀ ਸਰੀਰ ਤੁਸੀਂ ਬੈਠੇ ਹੋ ਨਾ, ਬਾਣੀ ਪੜ੍ਹਨ ਦਾ, ਵਿਚਾਰ ਕਰਨ ਦਾ ਮਨੋਂ ਅੰਦਰੋਂ ਆਨੰਦ ਆਇਆ। ਮੈਂ ਇੱਕ ਬੇਨਤੀ ਕੀਤੀ ਸੀਗੀ, ਪ੍ਰਬੰਧਕ ਵੀਰਾਂ ਨੇ ਉਹ ਬੇਨਤੀ ਨੂੰ ਬਹੁਤ ਪ੍ਰਵਾਨ ਕੀਤਾ। ਮੈਂ ਇਹਨਾਂ ਦਾ ਵੀ ਤਹਿ ਦਿਲੋਂ ਪ੍ਰਬੰਧਕਾਂ ਦਾ ਧੰਨਵਾਦ ਕਰਦਾ। ਸਾਡੇ ਮਨ ਅੰਦਰ ਹੁੰਦਾ ਵੀ ਯਾਰ ਸਵਾਸਾਂ ਦਾ ਕੀ ਭਰੋਸਾ, ਕਦੋਂ ਪੂਰੇ ਹੋ ਜਾਣੇ ਨੇ, ਤੇ ਜੇ ਸਾਨੂੰ ਕੁਛ ਆਉਂਦਾ ਤੇ ਕਿਸੇ ਨਾ ਕਿਸੇ ਨੂੰ ਦੱਸ ਹੀ ਜਾਈਏ, ਕੁਝ ਸਾਡੇ ਕੋਲ ਹੈਗਾ ਭਾਈ, ਆਓ ਬਾਣੀ ਏਦਾਂ ਕਹਿੰਦੀ ਹੈ, ਬਾਬਾ ਨਾਨਕ ਆਹ ਗੱਲ ਕਹਿੰਦਾ ਹੈ, ਤੇ ਉਹ ਸਾਰਾ ਕੁਝ ਤਾਂ ਹੀ ਪ੍ਰਵਾਨ ਹੋ ਸਕਦਾ ਹੈ ਜੇ ਗਾੜੀ ਪ੍ਰਬੰਧਕ ਵੀ ਉੱਦਾਂ ਦੇ ਹੋਣ, ਉਹ ਵੀ ਪ੍ਰਵਾਨ ਕਰ ਲੈਣ ਵੀ ਠੀਕ ਆ ਭਾਈ ਸਾਹਿਬ ਜੀ, ਅਸੀਂ ਤੁਹਾਡੇ ਨਾਲ ਆ, ਫੇਰ ਹੀ ਪ੍ਰਚਾਰ ਕੀਤਾ ਜਾ ਸਕਦਾ ਨਾ। ਤੇ ਜੇ ਪ੍ਰਬੰਧਕ ਪਹਿਲਾਂ ਹੀ ਡੱਕਦੇ ਨਾ ਜੀ ਨਾ ਨਾ ਆਪਾਂ ਕੀ ਲੈਣਾ ਦੇਣਾ ਇਸ ਕੰਮ ਤੋਂ, ਛੱਡੋ ਪਰਾਂ, ਫੇਰ ਉੱਥੇ ਨਹੀਂ ਗੱਲ ਬਣਦੀ। ਨਹੀਂ, ਸਾਰੇ ਜਣੇ ਆਪਾਂ ਰਲ ਮਿਲ ਕੇ ਬਾਬੇ ਨਾਨਕ ਦੀ ਜਿਹੜੀ ਵਿਚਾਰਧਾਰਾ ਹੈ ਨਾ, ਅਜੇ ਸਾਡੇ ਘਰਾਂ ਤੱਕ ਨਹੀਂ ਪਹੁੰਚੀ। ਕਹਿਣ ਮਾਤਰ ਅਸੀਂ ਸਿੱਖ ਹੈਗੇ ਆ, ਬਾਬੇ ਨਾਨਕ ਦੀ ਵਿਚਾਰਧਾਰਾ ਆਪਾਂ ਆਪਣੇ ਘਰਾਂ ਤੱਕ ਲੈ ਕੇ ਜਾਈਏ, ਪਹੁੰਚਦੀ ਕਰੀਏ, ਫਿਰ ਆਪਾਂ ਬਾਬੇ ਨਾਨਕ ਦੇ ਅਸਲੀ ਸਿੱਖ ਬਣਨਾ। ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਹੋਈਆਂ ਗਲਤੀਆਂ ਦੀ ਖਿਮਾ। ਆਪ ਜੀ ਉਹਨੇ ਸਮਾਂ ਕੱਢਿਆ, ਪਾਤਸ਼ਾਹ ਦੇ ਪਾਵਨ ਚਰਨ ਕਮਲਾਂ ਦੀ ਹਾਜ਼ਰੀ ਭਰੀ ਹੈ। ਸਤਿਗੁਰੂ ਕਿਰਪਾ ਕਰਨ, ਇਸੇ ਤਰ੍ਹਾਂ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਜਿਹੜੇ ਨੇ, ਦਿਦਾਰੇ ਜਿਹੜੇ ਨੇ ਹੁੰਦੇ ਰਹਿੰਦੇ ਰਹੇ। ਕੋਟਨ ਕੋਟ ਧੰਨਵਾਦ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਕਿਰਪਾ ਦੇ ਨਾਲ ਆਪਾਂ ਸਾਰੇ ਜਣੇ ਗੁਰੂ ਦੀ ਗੋਦ ਵਿੱਚ ਆਏ ਆ। ਆਈਆਂ ਸੰਗਤਾਂ ਦਾ ਧੰਨਵਾਦ, ਪ੍ਰਬੰਧਕ ਵੀਰਾਂ ਦਾ ਧੰਨਵਾਦ, ਗ੍ਰੰਥੀ ਸਿੰਘ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ, ਸੋ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਪੜ੍ਹੇ ਲਿਖੇ ਨੇ, ਸਮਝਦਾਰ ਨੇ, ਬਾਣੀ ਨੂੰ ਸਮਝਣ ਵਾਲੇ ਨੇ। ਮੈਂ ਦੱਸ ਰਿਹਾ ਸੀ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਤੇ ਵੀਰ ਜੀ ਸ਼ਿੰਦੇ ਜਿਹਨੂੰ ਵੀ ਤੁਹਾਨੂੰ ਪਿਓਰ ਦੁੱਧ ਦੇਣ ਵਾਲਾ ਇੱਕ ਪ੍ਰਚਾਰਕ ਵੀਰ ਮਿਲਿਆ, ਸਪਰੇਟਾ ਦੁੱਧ ਨਹੀਂ ਵੇਚੂਗਾ ਹੋਵੇ। ਚਲੋ ਮਾਇਆ ਦੀ ਤੇ ਜ਼ਰੂਰਤ ਹੈ ਸਾਰਿਆਂ ਨੂੰ, ਸਾਨੂੰ ਵੀ ਜ਼ਰੂਰਤ ਹੁੰਦੀ ਹੈ। ਇਸਤਰੀ ਮਾਨ ਪੁੱਤਰ ਨਿਸ਼ਾਨ ਮਾਇਆ ਗੁਜਰਾਨ, ਪਰ ਜਿਹੜੇ ਰੋਜੀ ਸਪਰੇਟਾ ਦੁੱਧ ਵੇਚ ਜਾਂਦੇ ਨੇ ਮਾਇਆ ਉਹ ਵੀ ਲੈ ਜਾਂਦੇ ਨੇ, ਉਹ ਜ਼ਿਆਦਾ ਕਈ ਵਾਰੀ ਕਮਾ ਜਾਂਦੇ ਨੇ, ਕਿਉਂਕਿ ਪਿਓਰ ਚੀਜ਼ ਦੇ ਵਿੱਚ ਫਾਇਦਾ ਘੱਟ ਹੁੰਦਾ। ਪਤਾ ਹੀ ਆਪਾਂ ਨੂੰ, ਜਿਹੜੀਆਂ ਡੁਪਲੀਕੇਟ ਚਾਈਨਾ ਮੇਡ ਚੀਜ਼ਾਂ ਨੂੰ ਉਹਦੇ 'ਚ ਫਾਇਦਾ ਬੰਦੇ ਨੂੰ ਜਾਂ ਵੇਚਦੇ ਜਾ ਰਹੀਆਂ ਉਹ ਨੇ, ਤੇ ਜਿਹੜੇ ਇੱਥੇ ਬੈਠ ਕੇ ਝੂਠੀਆਂ ਕਹਾਣੀਆਂ ਸੁਣਾ ਜਾਣ, ਵਹਿਮਾਂ ਭਰਮਾਂ ਦੇ ਵਿੱਚ ਪਾ ਜਾਣ, ਤੇ ਜ਼ਿਆਦਾ ਫਾਇਦਾ ਹੁੰਦਾ ਉਹਨਾਂ। ਜਿਹੜੇ ਕਹਿਣ ਨਾ ਭਾਈ ਮਰਨ ਤੋਂ ਬਾਅਦ ਤੁਹਾਡਾ ਬਿਸਤਰਾ ਤੁਹਾਡੇ ਬਾਪੂ ਤੱਕ ਨਹੀਂ ਜਾਣਾ, ਤੇ ਬਿਸਤਰਾ ਤੇ ਗਿਆ ਨਾ ਗ੍ਰੰਥੀ ਦਾ, ਅਗਲਾ ਕਹਿੰਦਾ ਜੇ ਜਾਣਾ ਨਹੀਂ ਦੇਣਾ ਕਦ ਨਹੀਂ, ਜੇ ਜਾਣਾ ਨਹੀਂ ਫਿਰ ਦੇਣਾ ਕਿਉਂ ਬਾਬਾ ਤੈਨੂੰ, ਦਈਏ ਤਾਂ ਜੇ ਸਾਡੇ ਬਾਪੂ ਕੋਲੇ ਪਹੁੰਚਾ ਦੇਵੇ ਤਾਂ, ਤੇ ਜੇ ਗੁਰਮਤ ਦੀ ਗੱਲ ਕਰ ਦੇਵੇ ਤੇ ਨਹੀਂ ਭਾਈ ਸਾਰਾ ਕੁਝ ਇੱਥੇ ਹੀ ਹੈ, ਇਹ ਕਿਤੇ ਨਹੀਂ ਜਾਣਾ ਜੋਣਾ, ਮੈਂ ਭੁਲੇਖੇ 'ਚ ਨਾ ਪੈ ਜਾਓ। ਇੱਕ ਦੱਜੇ ਇੱਕ ਦੱਬੀਏ, ਇੱਕ ਨਾ ਕੁੱਤੇ ਖਾਏ, ਇੱਕ ਪਾਣੀ ਵਿੱਚ ਸੱਟੀਏ, ਇੱਕ ਪੀਤਰ ਹਸਨ ਪਾਏ, ਨਾਨਕ ਏਵ ਨਾ ਜਾਵੀ ਜਿ ਕਿੱਥੇ ਜਾਏ ਸਮਾਏ। ਬੰਦਾ ਮਰਨ ਤੋਂ ਬਾਅਦ ਕਿੱਥੇ ਚਲਿਆ ਜਾਂਦਾ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕੋਈ ਪਤਾ ਨਹੀਂ। ਜੇ ਪਤਾ ਹੀ ਨਹੀਂ ਤੇ ਫਿਰ ਇਹ ਬਿਸਤਰਾ ਜੋੜਾ ਸਾਰਾ ਕੁਝ ਜਾਣਾ ਕਿਹਦੇ ਕੋਲ। ਲੋੜ ਹੈ, ਮੈਂ ਕਈ ਵਾਰੀ ਬੇਨਤੀ ਕੀਤੀ, ਪਿੰਡ ਵਿੱਚ ਬੜੇ ਨੇ ਐਸੇ
जिन्हां कोले जोड़े नहीं ले जाने सियाल दे विच उन्हां नूं कोटियां नसीब नहीं होणीਆਂ। आप देख के उन्हां नूं कोटियां लै दिओ, गर्म कपड़े लै दिओ, जोड़े लै दिओ। आप देखो इदां रब नूं देखना सी आपां। असीं सारा कुछ वो बाहमण वाला सारा कुछ असीं बना के बैठ गए ते मैनूं भी लोड़ सी मैं सच बोलां। मेरा ते जोड़ा भी गया, मेरा बस्तर भी गए, मेरा बिस्तरा भी गया, मैं क्यों सच बोलूं? मेरी दंद घसाई भी जानी है तुहाडे जे मैं सच बोलदा ते। पर ध्यान दिओ जे सारा कुछ इत्थे ही है। भाई आओ आनंद साहिब दी बाणी, सारे जने आनंद साहिब दी बाणी नाल जुड़िओ। अरदास बेनती पातशाह के चरणों में हुक्मनामा, कड़ा प्रसाद की देग सतगुरु जी सचखंड के सुखासन होकर के जाणगे। उस तो बाद आप सारे जड़े ने जान की कृपालता करनी है जी। आईया संगतां दा तहे दिलों धन्नवाद। होईयां गलतियां दी खिमा, अनेकां प्रकार दीयां गलतियां हो जांदियां ने। जिस तरह का कोई काम करदा होवे ਉਹਨੂੰ ਉਸੇ ਕੰਮ ਵਿੱਚ ਉਦਾਂ ਦੀਆਂ ਗਲਤੀਆਂ ਹੋਣੀਆਂ ਨੇ। ਕੋਈ ਵਾਹੀ ਖੇਤੀ ਕਰਨ ਵਾਲਾ ਉਹ ਉਸ ਤਰ੍ਹਾਂ ਦਾ ਹੋ ਜਾਂਦਾ ਕਈ ਵਾਰ, ਕੋਈ ਲੱਕੜ ਦਾ ਕੰਮ ਕਰਨ ਵਾਲਾ ਉਹਨੂੰ ਉਦਾਂ ਦੀ ਕੰਮ ਵਿੱਚ ਗਲਤੀਆਂ ਹੋਣੀਆਂ ਨੇ। ਸਾਡੇ ਕੋਲ ਬੋਲਦਿਆਂ ਕਈ ਵਾਰੀ ਗਲਤੀਆਂ ਹੋ ਜਾਂਦੀਆਂ ਨੇ, ਭੁੱਲਾਂ ਨੇ। ਸਾਧ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ। ਉਹ ਆਨੰਦ ਸਾਹਿਬ ਦੀ ਬਾਣੀ ਦਾ ਰਾਮ ਕਲੀ ਮਹਿਲਾ ਤੀਜਾ ਆਨੰਦ ਕੋ ਅੰਕਾਰ सतगुर प्रसाद। आनंद पया मेरी माए सतगुरु मैं पाया। राज रतन दरबार भरी शब्द नाम Bye.